خدا بھول گیا وَأَدْبَرْوَاهُمْ فِي وَحْشَةٍ مِّن جُسُومِهِمْ وَلَيْسَ لَهُمْ حَتَّى النُّشُورِ نُشُورُ۔ ابن قیم فرماਉਂਦਾ ਜਿਹੜੇ ਰੱਬ ਨੂੰ ਭੁੱਲੇ ਆ ਇਹਨਾਂ ਨੂੰ ਚੈਨ ਨਹੀਂ ਮਿਲ ਸਕਦਾ। ਇਹ ਸਾਰੀ ਦੁਨੀਆ ਦਾ ਇੱਕ ਮਸਲਾ ਬਣ ਗਿਆ। ਤੁਹਾਡਾ ਹੀ ਨਹੀਂ, ਜਿਹਨਾਂ ਨੂੰ ਆਉਂਦੇ ਨਾ ਤਰੱਕੀ ਯਾਫਤਾ ਕੌਮ, ਉਹ ਵੀ ਦਵਾਈ ਮਚੀ, ਡਿਪਰੈਸ਼ਨ ਹੋ ਗਈ। ਬਈ ਡਿਪਰੈਸ਼ਨ ਨਹੀਂ ਹੋਣ ਦੀ ਹੋਰ ਕੀ, ਅਲਾ ਬਿਜ਼ਿਕਰਿल्लाह ਹੈ ਤਤਮਇਨੁਲ ਕੁਲੂਬ। ਜਦੋਂ ਲੰਗਰ ਹੀ ਨਹੀਂ ਰਿਹਾ ਜਿਹਨੇ ਕਿਸ਼ਤੀ ਨੂੰ ਸੰਭਾਲ ਕੇ ਰੱਖਣਾ ਸੀ, ਜਿੰਨੀਆਂ ਮਰਜ਼ੀ ਲੱਫਾਂ ਆਉਂਦੀਆਂ ਡੋਲਣਾ ਨਹੀਂ ਸੀ ਕਿਸ਼ਤੀ ਨਾਲ, ਲੰਗਰ ਖੁਦਾ ਦੀ ਯਾਦ ਹੈ। ਜਿਹਨਾਂ ਨੇ ਪਤਾ ਬੇ ਜਹਾਨ ਵਾਲਾ ਠੱਪ ਨਹੀਂ ਚੱਲ ਰਿਹਾ, ਇੱਥੇ ਕੋਈ ਐਕਸੀਡੈਂਟ ਨਹੀਂ ਤੇ ਨਾ ਚਾਂਸ ਆ, ਅੱਲਾ ਦੇ ਹੁਕਮ ਨਾਲ ਹਰ ਪੱਤਾ ਹਿਲਦਾ, ਔਰ ਅੱਲਾ ਹਕੀਮ ਅਰਦਾਨਾ ਰਹੀਮ ਆ, ਉਹਦਾ ਕੋਈ ਫੈਸਲਾ ਗਲਤ ਨਹੀਂ ਹੁੰਦਾ। ਉਹਨੂੰ ਜਿੰਨੇ ਮਰਜ਼ੀ ਤੂਫਾਨ ਆਉਣ, ਮੁਸ਼ਕਿਲਾਂ ਆ ਪੈਣ, ਸੁੱਖ ਆ ਜਾਣ, ਨਾ ਉਹ ਮੁਤਕਬਰ ਹੁੰਦਾ ਖੁਸ਼ੀ 'ਚ ਤੇ ਨਾ ਗਮਾਂ 'ਚ ਆ ਕੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ। ਉਹਦਾ ਲੰਗਰ ਮਜ਼ਬੂਤ ਹੈ, ਸਹਾਰਾ ਹੈ ਕਿ ਜਿਹੜਾ ਖੁਦਾ ਕਰ ਰਿਹਾ ਮਾ ਸਾਹਬਾ ਮਿਨ ਮੁਸੀਬਤਨ ਫਿਲ ਅਰਜ਼ੇ ਵਲਾ ਫੀ ਅਨਫੁਸਿਕੁਮ ਇਲਾ ਫੀ ਕਿਤਾਬ ਮਿਨ ਕਬਲ ਅਨ ਨਬਰਾ। ਅੱਲਾਹ ਫਰਮਾਉਂਦਾ ਤੁਸੀਂ ਇਸ ਗੱਲ ਨੂੰ ਮੰਨੋ ਕਿ ਤੁਹਾਡੇ ਆਪਣੇ ਜਿਸਮਾਂ ਦੇ ਅੰਦਰ ਜਾਂ ਇਸ ਕਾਇਨਾਤ ਦੇ ਅੰਦਰ ਜਿਹੜਾ ਹਾਦਸਾ ਪੇਸ਼ ਆਉਂਦਾ ਉਹ ਐਵੇਂ ਨਹੀਂ ਹੋ ਗਿਆ, ਤੁਸੀਂ ਆਂਦੇ ਇਤਫਾਕੀਆ ਤੇ ਬਾਈ ਚਾਂਸ ਹੋ ਗਿਆ, ਨਹੀਂ, ਉਹ ਹੋਣ ਤੋਂ ਪਹਿਲਾਂ ਅੱਲਾਹ ਦੇ ਕੋਲ ਦਫ਼ਤਰ 'ਚ ਲਿਖਿਆ ਪ੍ਰੋਗਰਾਮ ਔਰ ਪਲਾਨ ਬਣੇ ਹੋਏ ਆ। ਲਿਖਿਆ ਲਾ ਤਾਸੋ ਅਲਾ ਮਾ ਫਾਤਕੁਮ। ਫਰਮਾਇਆ ਮਸਲਾ ਕਿਉਂ ਦੱਸਿਆ, ਹੱਥ ਪੈਰ ਕੇ ਤੋੜ ਕੇ ਬੈਠ ਲਈ ਨਹੀਂ, ਕੋਸ਼ਿਸ਼ ਕਰਨੀ ਮਗਰ ਇਸ ਪਾਰੋਂ ਬਈ ਕੋਈ ਸ਼ਾਇਦ ਜਿਹੜੀ ਤੁਹਾਡੇ ਹੱਥੋਂ ਜਾਂਦੀ ਰਹੇ, ਨਾਕਾਮੀ ਹੋਵੇ, ਫੇਲ ਹੋ ਜਾਓ, ਗਮ ਨਾ ਨੇੜੇ ਆਵੇ, ਡਿਪਰੈਸ਼ਨ ਨਾ ਨੇੜੇ ਆਵੇ। ਮੰਨੋ ਕਿ ਮਾਲਕ ਦੀ ਇਸ ਤਰ੍ਹਾਂ ਹੀ ਮਰਜ਼ੀ, ਜਿਹੜਾ ਜਹਾਨ ਨੂੰ ਚਲਾਉਂਦਾ, ਜਹਾਂਦਾਰ ਦਾਨ ਜਹਾਂਦਾਸ਼ਤਨ, ਜਿਹਦੀ ਹਕੂਮਤ ਹੈ ਉਹ ਆਪ ਜਾਣਦਾ ਵੀ ਸਲਤਨਤ ਨੂੰ ਕਿਵੇਂ ਚਲਾਉਣਾ, ਮੇਰਾ ਮਸ਼ਵਰਾ ਲੈਣਾ ਉਹਨੇ। ਵਲਾ ਤਫਰਾਊ ਬਿਮਾ ਆਤਾਕੁਮ। ਤੇ ਜੇ ਕਾਮਯਾਬੀ ਹੋ ਜਾਓ ਤੇ ਫਿਰ ਗੁਬਾਰੇ ਦੀ ਤਰ੍ਹਾਂ ਫੁੱਲ ਨਾ ਜਾਓ, ਮੁਤਕਬਰ ਨਾ ਬਣ ਜਾਓ। ਸਮਝੋ ਕਈ ਕੋਸ਼ਿਸ਼ਾਂ ਕਰ ਹਟੇ ਤੇ ਕਾਸ਼ੀ ਨਹੀਂ ਲੱਭਾ, ਉਹਦਾ ਫਜ਼ਲ ਹੋ ਗਿਆ, ਮੇਰੀ ਗੱਲ ਉਹਨੇ ਮੰਨ ਲਈ। ਇਨ ਅੱਲਾਹ ਲਾ ਯੁਹਿੱਬੁ ਕੁੱਲਾ ਮੁਖਤਾਰਿਨ ਫਖੂਰ। ਅੱਲਾਹ ਤਕੱਬਰ ਕਰਨ ਵਾਲਿਆਂ ਨੂੰ, ਗਰੂਰ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ। ਇਸ ਤੋਂ ਇਹ ਜ਼ਿਕਰ ਇਲਾਹੀ ਦੁਨੀਆ ਦੇ ਅੰਦਰ ਵੀ ਇਨਸਾਨ ਦਾ ਬਚਾਅ ਹੈ, ਕਿਸੇ ਹਾਲਤ 'ਚ ਹੀ ਫਸਿਆ ਹੋਵੇ, ਗਮ ਨਹੀਂ ਉਹਦੇ ਨੇੜੇ ਆਉਂਦਾ। ਉਹ ਐਸਾ ਸਦਾ ਬਹਾਰ ਗੁਲਾਬ ਦਾ ਪੌਦਾ ਹੈ ਜਿਹੜਾ ਦਰਿਆ ਦੇ ਕਿਨਾਰੇ ਉੱਗਾ, ਉਹਨੂੰ ਸੋਕਾ ਨਹੀਂ ਆਉਣਾ, ਹਰ ਵਕਤ ਖੁਸ਼ੀ ਰਹਿਣੀ। ਜਿਹੜਾ ਕਰ ਰਿਹਾ ਉਹ ਮੇਰੇ ਤੋਂ ਜ਼ਿਆਦਾ ਸਿਆਣਾ, ਬਿਲਕੁਲ ਮੇਰੇ ਹੱਕ 'ਚ ਰਹੀਮ ਹੈ, ਮਿਹਰਬਾਨ ਹੈ। ਉਹਨਾਂ ਦੀ ਹਾਲਤ ਉਹ ਹੋ ਜਾਂਦੀ ਫਿਰ ਜਿਵੇਂ ਹਜ਼ਰਤ ਖਾਜਾ ਨਿਜ਼ਾਮੁਦੀਨ ਔਲੀਆ ਰਹਿਮਤੁல்லாਹ ਅਲੈਹ ਘਰ ਆਉਣਾ, ਅੰਮਾ ਨੂੰ ਪੁੱਛਣਾ, ਅੰਮਾ ਸੁਣਾ ਕੁਛ ਖਾਣ ਪੀਣ ਨੂੰ ਹੈਗਾ। ਜਿੱਦਣ ਨਾ ਆਉਣਾ ਅੰਮਾ ਨੇ ਕਹਿਣਾ ਬੇਟਾ ਇਮਰੂਜ਼ ਮਹਿਮਾਨ ਖੁਦਾ ਹਸਤੇ, ਅੱਜ ਅਸੀਂ ਰੱਬ ਦੇ ਪ੍ਰਾਹੁਣੇ ਹਾਂ। ਤੇ ਜਿੱਦਣ ਕਈ ਦਿਨ ਲੱਭਦਾ ਰਹਿਣਾ ਤੇ ਆਪ ਨੇ ਫਰਮਾਉਣਾ ਅੰਮਾ ਦੁਆ ਕਰ ਰੱਬ ਦੇ ਪ੍ਰਾਹੁਣੇ ਬਣੀ, ਕਿਸੇ ਦਿਨ ਫਾਕਾ ਆਵੇ ਰੱਬ ਯਾਦ ਰਵੇ। ਜਿਹੜੇ ਦੁਨੀਆ ਦੇ ਲਾਲਚੀ ਬਣ ਜਾਂਦੇ, ਸਾਰਾ ਜਹਾਨ ਵੀ ਉਹਨਾਂ ਕੋਲ ਆ ਜਾ ਨਾ ਸਿਮਟ ਕੇ, ਖੁਸ਼ੀ ਨਹੀਂ ਹੋ ਸਕਦੀ ਉਹਨਾਂ ਨੂੰ, ਕਦੀ ਇਤਮੀਨਾਨ ਨਹੀਂ ਹੋ ਸਕਦਾ। ਸਭ ਜਿਵੇਂ ਬਾਲਣ ਪੈਂਦਾ ਜਾਂਦਾ ਤੇ ਅੱਗ ਭੜਕਦੀ ਨਾ, ਉਹਨਾਂ ਨੂੰ ਅੱਗ ਲੱਗਦੀ ਜਾਂਦੀ ਵੀ ਇੱਕ ਕਾਰਖਾਨਾ ਹੋਇਆ ਹੁਣ ਹੋਰ ਬਣਾਈਏ, ਐਸੇ ਕਰਨ 'ਚੋਂ ਮਰ ਜਾਂਦੇ। ਔਰ ਸਾਦੀ ਰਹਿਮਤੁல்லாਹ ਅਲੈਹ ਜਿਵੇਂ ਗੁਲਿਸਤਾਨ ਦੱਸਦੇ ਕਿ ਇੱਕ ਨੇਕ ਆਦਮੀ ਨੇ, ਇੱਕ ਬੰਦੇ ਨੇ ਕਿਹਾ ਵੀ ਹਜ਼ਰਤ ਇੱਕ ਮੇਰਾ ਸ਼ੌਕ ਹੈ, ਦੁਆ ਕਰ ਦਿਓ ਰੱਬ ਪੂਰਾ ਕਰ ਦੇ। ਫਿਰ ਬੇਸ਼ੱਕ ਮੌਤ ਆ। ਸ਼ੌਕ ਉਹਨੇ ਕੀ ਦੱਸਿਆ, ਮਸ਼ਰਕ ਤੋਂ ਮਗਰਬ ਦੇ ਮੁਲਕ ਗਿਣੇ ਬੁਢਾਪੇ 'ਚ ਕਿ ਫਲਾਂ ਮੁਲਕ ਜਾਵਾਂ, ਫਲਾਂ ਮੁਲਕ ਜਾਵਾਂ, ਸਾਰਾ ਜਾਨ ਹੁਣ ਵੀ ਗਿਣਿਆ। ਤੋ ਨੇਕ ਬੰਦੇ ਨੇ ਕਿਹਾ ਯਾਰ ਗੱਲ ਤੇਰੀ ਸੁਣ ਕੇ ਨਾ ਮੈਂ ਤੈਨੂੰ ਦੋ ਸ਼ੇਰ ਸੁਣਾਉਣਾ, ਦੁਆ ਤੇ ਤੇਰੀ ਕੀ ਕਰਨੀ, ਗੱਲ ਮੈਂ ਤੇਰੀ ਸੁਣ ਲਈ। ਆ ਸੁਣੀ ਦਸਤੀ ਕੇ ਵਕਤੇ ਤਾਜਰੇ ਦਰ ਬਿਆਬਾਨ ਨੇ ਬੇਫਤਾਜ਼ਾ ਸਤੌਰ। ਤੂੰ ਇਹ ਕਹਾਣੀ ਸੁਣੀ ਕਿ ਇੱਕ ਸੌਦਾਗਰ ਆਦਮੀ ਘੋੜੇ 'ਤੇ ਜਾ ਰਿਹਾ ਸੀ, ਤੋ ਗੌਰ ਦਾ ਕਬਰਸਤਾਨ ਜਿਹੜਾ ਹੈ, ਇਹ ਗੌਰ ਦਾ ਸਹਿਰਾ, ਉੱਥੇ ਘੋੜੇ ਤੋਂ ਡਿੱਗ ਗਿਆ। ਗੁਫਤ ਚਸ਼ਮੇ ਤੰਗੇ ਦੁਨੀਆਦਾਰ ਦਾ ਜਾਂ ਕਨਾਤ ਪਰ ਕੁਨਦ ਜਾਂ ਖਾ ਕੇ ਗੌਰ। ਉਸ ਵੇਲੇ ਉਹਨੇ ਕਿਹਾ ਸੀ ਵੀ ਇਹ ਦੁਨੀਆ ਦਾ ਲਾਲਚੀ ਆਦਮੀ ਜਿਹੜਾ ਇਹਦੀ ਅੱਖ ਨੂੰ ਜਾਂ ਕਬਰ ਦੀ ਮਿੱਟੀ ਭਰਦੀ ਹੈ ਤੇ ਜਾਂ ਰੱਬ ਸਬਰ ਦੇ। ਕਨਾਤ ਬਹੁਤ ਬੜੀ ਦੌਲਤ ਹੈ। ਅੱਲਾਹ ਦੇ ਰਸੂਲ ਅਲੈਹਿ ਸਲਾਮ ਫਰਮਾਇਆ ਮਾਲ ਜ਼ਿਆਦਾ ਹੋਣ ਨਾਲ ਤੁਸੀਂ ਗਨੀ ਨਹੀਂ ਹੋਣਾ, ਗਨਾ ਨਫਸ, ਆਪਣੇ ਦਿਲ ਨੂੰ ਗਨੀ ਕਰੋ। ਬਈ ਜਿੰਨਾ ਰੱਬ ਨੇ ਦੇ ਦਿੱਤਾ ਇੰਨਾ ਬਤੇਰਾ, ਤੇ ਆਰਾਮ ਨਾਲ